ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਮੈਂ ਜਾ ਕੇ ਅਸੀਂ ਗੁਲਮਾਰਗ ਤੇ ਆਉਣ ਲੱਗਿਆ ਸਕੀਮ ਬਣ ਗਈ ਵੀ ਦੁੱਧ ਪੱਧਰੀ ਜਾਣਾ। ਦੁੱਧ ਪੱਧਰੀ ਦਾ ਦੱਸਿਆ ਜਾਂਦਾ ਕਿ ਝਾਕਾ ਵਗਾ ਕਹਿੰਦੇ ਬਹੁਤ ਘੈਂਟ ਆ, ਬਹੁਤ ਸੋਹਣੀ ਦ੍ਰਿਸ਼ ਆ ਉਹਦੇ। ਅਤੇ ਵਾਕਈ ਹਜੇ ਆਪਾਂ ਰਸਤੇ 'ਚ ਹੀ ਪਹੁੰਚੇ ਨਹੀਂ, ਥੋੜ੍ਹਾ ਪਿੱਛੇ ਹੀ ਆ। ਅਤੇ ਵਾਕਈ ਸੋਹਣਾ ਵਿਊ ਆ। ਇਹਦੇ ਦੋਸਤੋ ਦੋ ਰਸਤੇ ਆ ਦੁੱਧ ਪੱਧਰੀ ਦੇ। ਪਹਿਲਾ ਰਸਤਾ ਹੈ ਜੇ ਆਪਾਂ ਸ਼੍ਰੀਨਗਰ ਤੋਂ ਆਉਣਾ ਹੋਵੇ ਤਾਂ ਇਹ ਅਬਾਵ 40 ਕਿਲੋਮੀਟਰ ਦੇ ਲਾਗੇ ਜਾ ਕੇ ਪੈਂਦਾ। ਅਤੇ ਦੂਸਰਾ ਰਸਤਾ ਇਹ ਹੈ ਵੀ ਜੇ ਆਪਾਂ ਮੰਨ ਲਓ ਗੁਲਮਾਰਗ ਗਏ ਹਾਂ ਅਤੇ ਉਹ ਤੋਂ ਉੱਧਰੋਂ ਵਾਪਸ ਆਉਣਾ ਹੋਵੇ ਤਾਂ ਇਹ ਉੱਥੋਂ 80 ਕਿਲੋਮੀਟਰ ਦੇ ਨੇੜੇ ਤੇੜੇ ਪੈ ਜਾਂਦਾ। ਬਾਕੀ ਬਹੁਤ ਸੋਹਣਾ ਤੁਸੀਂ ਦੇਖ ਰਹੇ ਹੋ, ਦ੍ਰਿਸ਼ ਬਹੁਤ ਸੋਹਣੇ ਆ। ਸੇਬਾਂ ਦੇ ਦਰੱਖਤਾਂ ਨਾਲ ਸੜਕ ਲੱਦੀ ਹੋਈ ਹੈ, ਬਹੁਤ ਸਾਰੇ ਸੇਬਾਂ ਦੇ ਬੂਟੇ ਉਹਨਾਂ ਪਰ ਕਿਤੇ ਕਿਤੇ ਮੱਕੀ ਦੇ ਵੀ ਵਿੱਚ ਹੋਏ, ਲੋਕਾਂ ਨੇ ਮੱਕੀ ਬੀਜੀ ਹੋਈ ਹੈ ਅਤੇ ਪੂਰਾ ਸੋਹਣਾ ਝਾਕਾ ਵਾਕਾ ਹੈ। ਦੂਜੀ ਗੱਲ ਇਹ ਹੈ ਵੀ ਇਹ ਜਿਹੜਾ ਏਰੀਆ ਹੈਗਾ ਦੁੱਧ ਪੱਧਰੀ, ਇੱਥੇ ਆ ਵੇਖੋ ਦੁਕਾਨਾਂ ਲੱਗੀਆਂ ਹੋਈਆਂ, ਦੁਕਾਨਾਂ 'ਤੇ ਮੱਕੀ ਦੀਆਂ ਰੋਟੀਆਂ ਬਣਾ ਵੇਚਦੇ ਆ। 60 ਰੁਪਏ ਦੀ ਰੋਟੀ ਹੈ। ਆਹ ਆਪਾਂ ਆ ਗਏ ਹਾਂ ਜੀ, ਇਹ ਹੈ ਗਰਾਊਂਡ। ਬਹੁਤ ਸੋਹਣਾ ਗਰਾਊਂਡ ਬਣਿਆ ਹੋਇਆ, ਬਹੁਤ ਵੱਡਾ ਗਰਾਊਂਡ ਆ ਪਹਾੜਾਂ ਦੇ ਵਿਚਾਲੇ। ਇੱਥੇ ਪਹਾੜ ਥੋੜ੍ਹੇ ਦੂਰ ਹੋ ਗਏ ਅਤੇ ਆਹ ਐਂਟਰੀ ਗੇਟ ਹੈ ਅਤੇ ਆਪਾਂ ਹੁਣ ਐਂਟਰ ਕਰਦੇ ਹਾਂ। ਬਹੁਤ ਵੱਡਾ ਗਰਾਊਂਡ ਆ, ਫੁੱਟਬਾਲ ਦੇ ਗਰਾਊਂਡ ਤੋਂ ਵੱਡਾ ਗਰਾਊਂਡ ਲੱਗਦਾ, ਪੂਰਾ ਹਰਿਆ ਭਰਿਆ ਅਤੇ ਸੈਲਾਨੀ ਦੀਆਂ ਗੱਡੀਆਂ ਜਾ ਰਹੀਆਂ, ਥੋੜ੍ਹੀ ਰੋਸ਼ਨੀ ਅੱਗੋਂ ਪੈ ਰਹੀ ਹੈ। ਅਤੇ ਬਾਕੀ ਆਪਾਂ ਅੱਗੇ ਥੋੜ੍ਹਾ ਜਾ ਕੇ ਆ ਵੀਰ ਖੜੇ ਇਹਨਾਂ ਨਾਲ ਗੱਲ ਕਰ आगे होटल है ना। आगे होटल है जी। तो कैंपिंग नहीं मिलती यहाँ? कैंपेन भी मिलती है। तो यहाँ बर्फ वगैरह कितनी पड़ती है अभी? किस महीने बर्फ आएगी इसमें? एक महीने के बाद। एक महीने के बाद बर्फ। और इस महीने है नहीं बर्फ कहीं भी? नहीं। अब कहीं नहीं मिलेगी बर्फ मिलेगी हाँ, मगर ऊपर 0 पॉइंट पे। 0 पॉइंट मिलेगी पूरी। वहाँ गाड़ी जाती नहीं है ना? नहीं वहाँ गाड़ी नहीं जाती, वहाँ घोड़ों में जाते हैं एक दिन का। और क्या क्या देखने वाला यहाँ दूध पथरी में? बहुत सुंदर जगह इस साइड में जाते हैं। इस साइड में नहीं है क्या क्या भाई? बहुत आगे पॉइंट आते हैं। ठीक है भाई, ठीक है भाई, थैंक यू। ਇਹ ਗੇਟ ਤੋਂ ਐਂਟਰ ਹੋਣ ਤੋਂ ਬਾਅਦ ਵੀ ਘੱਟ ਤੋਂ ਘੱਟ 5-6 ਕਿਲੋਮੀਟਰ ਲੰਮਾ ਏਰੀਆ ਹੈ ਅਤੇ ਦੋਨੇ ਪਾਸੇ ਬੜੇ ਸੋਹਣੇ ਸੋਹਣੇ ਹਰੇ ਹਰੇ ਆ ਮੈਦਾਨ ਜਿਹੇ ਹੈ। ਅਤੇ ਕਈ ਥਾਈਂ ਤੁਹਾਨੂੰ ਛੋਟੀਆਂ ਛੋਟੀਆਂ ਦੁਕਾਨਾਂ ਜਿਹੀਆਂ ਮਿਲਣਗੀਆਂ ਜਾਂ ਮੰਨ ਲਓ ਗੱਡੀਆਂ ਖੜੀਆਂ ਮਿਲਣਗੀਆਂ। ਅਤੇ ਬਾਕੀ ਸੋਹਣਾ ਘੈਂਟ ਕੰਮ ਹੈ ਕੁੱਲ ਮਿਲਾ ਕੇ। ਅਤੇ ਹਵਾ ਇਸ ਟਾਈਮ ਬਹੁਤ ਠੰਡੀ ਹੋ ਚੁੱਕੀ ਹੈ ਵੀ ਪੂਰੀ ਐਂ ਚਿਲਡ ਕੰਮ ਹੈ ਇੱਥੇ, ਕਿਉਂਕਿ ਬਰਫ਼ ਜਿਹੜੇ ਉੱਪਰਲੇ ਪਹਾੜਾਂ ਉਹਨਾਂ 'ਤੇ ਬਰਫ਼ ਜੰਮੀ ਹੋਈ ਹੈ। ਅਤੇ ਦੂਜੀ ਗੱਲ ਇਹ ਹੈ ਵੀ ਇੱਥੇ ਜਦੋਂ ਆਪਾਂ ਆਉਣੇ ਆ ਅਤੇ ਸੈਲਾਨੀ ਨੇ ਬਾਹਲੇ ਨਹੀਂ, ਘੱਟ ਲੋਕਾਂ ਨੂੰ ਪਤਾ ਹੈ, ਪਰ ਹੈਗੇ ਆ ਲੋਕ ਜਿਹਨੂੰ ਪਤਾ ਆਉਂਦੇ ਆ। ਆਹ ਦੂਜਾ ਐਂਟਰੀ ਗੇਟ ਆ ਗਿਆ, ਇੱਥੋਂ ਇਹ ਪਰਚੀ ਗ੍ਰੀਨ ਟੈਕਸ ਵਾਲੀ ਪਰਚੀ ਵੀਰਾਂ ਦਾ ਮੈਂ ਲੈਣੀ ਹੈ। ਪਰਚੀ ਲੈਣ ਤੋਂ ਬਾਅਦ ਅਸੀਂ ਚੱਲ ਪਏ ਅੱਗੇ ਨੂੰ ਅਤੇ ਅੱਗੇ ਤੋਂ ਅੱਗੇ ਸੋਹਣਾ ਨਜ਼ਾਰਾ ਹੀ ਨਾ ਕਿਤੇ ਘੋੜੇ ਦੇ ਕੋਈ ਇੱਕ ਤੋਂ ਸੈਲਾਨੀ ਆ ਰਹੇ ਆ ਅਤੇ ਪਰ ਬਹੁਤ ਸੋਹਣਾ ਨਜ਼ਾਰਾ, ਜਿੰਨਾ ਕਹਿ ਨਾ ਉਨਾ ਹੀ ਸੋਹਣਾ ਨਜ਼ਾਰਾ ਹੈ। ਅਤੇ ਮੰਨ ਕੇ ਚਲੋ ਐਂ ਲੱਗ ਰਿਹਾ ਜਿੱਦਾਂ ਇੱਦਾਂ ਦਾ ਕਦੇ ਦੇਖਿਆ ਨਹੀਂ ਹੁੰਦਾ ਮੈਨੂੰ, ਯਾਨੀ ਕਿ ਗੁਲਮਾਰਗ ਨਾਲੋਂ ਵੀ ਸੋਹਣਾ ਲੱਗਦਾ। ਕਿਤੇ ਕਿ ਦੇਵਦਾਰ ਦੇ ਬੂਟੇ ਇੱਧਰ ਦੇਖੋ, ਅੱਗੋਂ ਦਿਨ ਛਿਪਣ ਵਾਲਾ ਅਤੇ ਸ਼ਾਮ ਪੂਰੀ ਹੋ ਪੈ ਚੁੱਕੀ ਹੈ, ਤਕਰੀਬਨ ਆਲਮੋਸਟ 6:30 ਟਾਈਮ ਹੋ ਚੁੱਕਾ। ਅਤੇ ਪਰ ਤੁਸੀਂ ਵੇਖੋ ਅੱਗੋਂ ਥੋੜ੍ਹੀ ਜਿਹੀ ਰੋਸ਼ਨੀ ਪੈ ਰਹੀ ਸੀ, ਥੋੜ੍ਹਾ ਜਿਹਾ ਮਾਫ਼ ਕਰਨਾ, ਥੋੜ੍ਹਾ ਜਿਹਾ ਤੁਹਾਨੂੰ ਪੂਰਾ ਕਲੀਅਰ ਜਾਣੀ ਹੋਣਾ 2-3 ਥਾਈਂ, ਪਰ ਫਿਰ ਵੀ ਮੈਂ ਕੋਸ਼ਿਸ਼ ਕਰਦਾ। ਬਹੁਤ ਸੋਹਣੇ ਗਰਾਊਂਡ ਕੁਦਰਤੀ ਬਣੇ ਹੋਏ ਨੇ, ਕਿੰਨੇ ਹੀ ਗਰਾਊਂਡ ਆ ਗਏ, ਪਹਿਲਾਂ ਅਸੀਂ ਹੁਣ ਕਿੰਨੇ ਆ ਗਏ। ਅਤੇ ਇਹਦੇ ਨਾ ਮੇਰੇ ਸੱਜੇ ਪਾਸੇ ਘਰ 'ਚ ਬਣੇ ਹੋਏ ਨੇ, ਠੀਕ ਹੈ। ਇਹ ਚਰਾਵਿਆਂ ਦੇ ਘਰ ਹੋਣਗੇ ਵਿਚਾਰਾਂ ਦੇ, ਘਾਹ ਜਿਹੇ ਉੱਪਰ ਲੱਗੇ ਆ, ਉੱਦਾਂ ਲੱਗਦਾ ਜਿਵੇਂ ਇਹਨਾਂ ਨੇ ਘਾਹ ਜਿਹੇ ਵਿਚਾਰ ਲਾ ਕੇ ਗੋਬਰ 'ਚ ਉਹ ਲਾਇਆ ਹੋਇਆ। ਅਤੇ ਆਹ ਬਾਈ ਚਰਾਵਿਆ ਫਿਰਦੇ ਇੱਥੇ, ਭੇਡਾਂ ਬੱਕਰੀਆਂ ਚਾਰਦੇ। ਅਤੇ ਬਸ 2 ਕੁ ਮੋੜ 'ਚ ਆਉਂਦੇ ਆ ਅਤੇ ਫਿਰ ਇਸ ਤੋਂ ਅੱਗੇ ਮਤਲਬ 7 ਕਿਲੋਮੀਟਰ ਹੀ ਹੈ। ਬਾਕੀ ਇੱਕ ਚੀਜ਼ ਹੋਰ ਹੈ, ਇਹ ਨਾ ਮੈਂ ਨੋਟਿਸ ਕੀਤਾ ਜਦੋਂ ਆਪਾਂ ਇੱਧਰ ਨੂੰ ਆਉਣੇ ਆ ਅਤੇ ਜਦੋਂ ਚੜ੍ਹਾਈ ਸ਼ੁਰੂ ਹੋ ਜਾਂਦੀ ਹੈ ਅਤੇ ਉਹ 15 ਕਿਲੋਮੀਟਰ ਸੜਕ ਬਹੁਤ ਹੀ ਜ਼ਿਆਦਾ ਖਰਾਬ ਹੈ। ਬਾਕੀ ਅੱਗੇ ਚੰਗੀ ਹੈ, ਪਰ ਉਹ 15 ਕਿਲੋਮੀਟਰ ਤੋਂ ਡਾਟ ਕਢਾ ਆਉਂਦੀ ਹੈ, ਟੁੱਟੀ ਸੜਕ ਹੈ, ਉੱਧਰ ਚੜ੍ਹਾਈ ਹੈ। ਅਤੇ ਬਾਕੀ ਚਰਾਵੇ ਤੁਹਾਨੂੰ ਤਾਂ ਮਿਲ ਗਏ, ਅਤੇ ਬਹੁਤ ਬੱਕਰੀਆਂ ਵਾਲੇ ਵੀਰ ਫਿਰਦੇ ਬਹੁਤ ਹੀ ਜ਼ਿਆਦਾ, ਜਿੰਨੇ ਕਹਿ ਦਈਏ। ਮੇਰੇ ਨਾਲ ਦੇ ਠੰਡਾਂ ਕੰਬੀ ਜਾਂਦੇ ਕਿ ਠੰਡ ਬਹੁਤ ਲੱਗੀ ਜਾਂਦੀ ਹੈ, ਸ਼ੀਸ਼ੇ ਬੰਦ ਕਰ ਰੱਖੇ ਇਹਨਾਂ ਨੇ। ਅਤੇ ਆਹ ਕੋਈ ਵਿਰਲੀ ਗੱਡੀ ਜਿਵੇਂ ਸਾਨੂੰ ਮਿਲੀ ਹੈ, ਜਾਂ ਇੱਕ ਪਹਿਲਾਂ 2 ਤੋਂ ਪਹਿਲਾਂ ਮਿਲੀਆਂ ਸੀ। ਇਹ ਤਾਂ ਸ਼ਾਮ ਦਾ ਟਾਈਮ ਹੋ ਗਿਆ, ਇੱਕ ਵੈਸੇ ਹੀ ਥੋੜ੍ਹੇ ਸੈਲਾਨੀ ਨੂੰ ਘੱਟ ਪਤਾ ਹੈ, ਪਰ ਜਿੰਨੇ ਨੂੰ ਅਸੀਂ ਇੱਕ ਦੋ ਨੂੰ ਗੱਲਬਾਤ ਕੀਤੀ ਸਾਰੇ ਕਹਿੰਦੇ ਵੀ ਵਾਕਈ ਡਿਫਰੈਂਟ ਚੀਜ਼ ਹੈ, ਵੱਖਰੀ ਚੀਜ਼ ਹੈ। ਤੁਸੀਂ ਕਦੇ ਆਉਣਾ ਹੋਵੇ ਤਾਂ ਸਿੱਧਾ ਸ਼੍ਰੀਨਗਰ ਤੋਂ ਵੀ ਆ ਸਕਦੇ ਹੋ, ਜੇ ਗੁਲਮਾਰਗ ਜਾਵਾਂ ਤਾਂ ਰਾਹ ਦੇ ਵਿੱਚ ਰਸਤਾ ਮੁੜਦਾ, ਉੱਧਰ ਵੀ ਆ ਸਕਦੇ ਹੋ, ਇੱਕ ਨੂੰ ਆ ਜਾਂਦੀ ਹੈ। ਅਤੇ ਬਾਕੀ ਅਸੀਂ ਐਂਡ ਵਾਲੇ ਪੁਆਇੰਟ 'ਤੇ ਤਾਂ ਉੱਪਰ ਤਾਂ ਨਹੀਂ ਜਾ ਸਕਦੇ, ਹੁਣ ਟਾਈਮ ਜ਼ਿਆਦਾ ਹੋ ਗਿਆ, ਪਰ ਜਿਹੜੀ ਸ਼ੈਲ ਗੰਗਾ ਵਗਦੀ ਨਾ, ਸ਼ੈਲੀ ਗੰਗਾ ਕਿ ਸ਼ੈਲ ਗੰਗਾ ਇਹ ਜਿਹਾ ਨਾਂ ਹੀ ਲੈਂਦੇ ਆ, ਉਹ ਜਿੱਥੇ ਆ ਕੇ ਥੱਲੇ ਵਗਦੀ ਆ, ਉੱਥੇ ਤੱਕ ਜਾਵਾਂਗੇ ਜ਼ਰੂਰ ਆਪਾਂ, ਅਤੇ ਸਾਰਾ ਪਤਾ ਕਰਕੇ ਆਵਾਂਗੇ। ਆਹ ਦੇਖੋ ਇੱਧਰ ਨੂੰ ਵੀ
ਉੱਚਾ ਨੀਵਾਂ ਜਾਂ ਕੁਦਰਤੀ ਸੋਹਣਾ, ਬਹੁਤ ਸੋਹਣਾ ਵਿਊ ਹੈ ਇਹ, ਬਹੁਤ ਹੀ ਪਿਆਰਾ, ਦਿਲ ਨੂੰ ਖਿੱਚਣ ਵਾਲਾ। ਅਤੇ ਦੇਵਦਾਰ ਦੇ ਦਰਖਤ ਬਹੁਤ ਲੰਬੇ ਲੰਬੇ ਅਤੇ ਵਿੱਚ ਕਿਤੇ ਕਿਤੇ ਮੱਕੀ ਜੀ ਇੱਥੇ ਵੀ ਹੈਗੀ ਆ। ਅਤੇ ਜਿਹੜੇ 60 ਰੁਪਏ ਵਾਲੀਆਂ ਰੋਟੀਆਂ ਮੱਕੀ ਦੀਆਂ ਕੋਈ ਸਵਾਦ ਨਹੀਂ, ਅਸੀਂ ਖਾਧੀ ਲੈ ਕੇ, ਅਤੇ 25-30 ਰੁਪਏ ਦਾ ਕੱਪ ਚਾਹ ਦਾ ਲਾਉਂਦੇ ਆ। ਚਲੋ ਵਿਚਾਰਿਆਂ ਦਾ ਰੁਜ਼ਗਾਰ ਹੈ, ਆਪਾਂ ਮਾੜਾ ਨਹੀਂ ਕਹਿੰਦੇ ਇਹਨਾਂ ਨੂੰ। ਅਤੇ ਪਰ ਸਾਰਿਆਂ ਕੋਲ ਮੱਕੀ ਦੀ ਰੋਟੀਆਂ ਦੇਖੋ। ਅਤੇ ਫਿਰ ਆਪ ਥੋੜ੍ਹਾ ਜਿਹਾ ਬਣਿਆ ਆ ਗਿਆ ਰੈਸਟੋਰੈਂਟ ਟਾਈਪ ਜਿਹਾ। ਆਹ 4 ਮੁੰਡੇ ਇੱਥੇ ਖੜ੍ਹੇ ਗੱਡੀ ਜੀ ਲੈ ਕੇ। ਅਤੇ ਇੱਧਰਲੇ ਪਾਸੇ ਥੋੜ੍ਹੇ ਥੋੜ੍ਹੇ ਵਿੱਚ ਕਿਤੇ ਕਿਤੇ ਢਾਬੇ ਜਿਹੇ ਬਣਾਏ ਇਹਨਾਂ ਨੇ। ਪਰ ਇਹ ਮੇਰੇ ਖਿਆਲ 'ਚ ਹੋਣਾ ਕੋਈ 200 ਕਿੱਲੇ 200-300 ਕਿੱਲਾ ਹੋਣਾ। ਸਾਰੇ ਗਰਾਊਂਡ ਜਿਹੇ ਹੀ ਆ ਇੱਥੇ ਵੱਡੇ ਵੱਡੇ। ਜਾਂ ਇੱਕ ਆਹ ਬਿਲਡਿੰਗ ਜੀ ਬੜੀ ਸੋਹਣੀ ਆਈ ਹੈ, ਇਹ ਹੋਟਲ ਟਾਈਪ ਹੈ। ਬਾਕੀ ਇੱਥੇ ਵਣ ਵਿਭਾਗ ਦੇ ਬਹੁਤ ਦਫ਼ਤਰ ਹੈਗੇ ਆ, ਵਣ ਰੇਂਜ ਵਾਲਿਆਂ ਦੇ। ਅਤੇ ਆਹ ਢਾਬਾ ਜਿਹਾ ਹੀ ਹੈ, ਤਾਂ ਢਾਬਾ ਹੀ ਆ। ਅਤੇ ਬਾਕੀ ਅੱਗੇ ਚੱਲ ਕੇ ਤੁਹਾਨੂੰ ਦਿਖਾਉਣਾ ਜਿਵੇਂ ਦਾ ਵੀ ਹੋਊਗਾ। ਪਹਾੜ ਥੋੜ੍ਹਾ ਜਿਹਾ ਦੂਰ ਆ ਇੱਥੋਂ। ਕਿਸੇ ਨੇ ਆਪਦੇ ਕੈਂਪਿੰਗ ਲਈ ਵੱਖਰਾ ਜਗ੍ਹਾ ਬਣਾਇਆ ਹੋਣਾ, ਢਾਬੇ ਵਾਲੇ ਬਣਾ ਕੇ ਦਿੱਤਾ ਹੋਣਾ। ਉੱਦਾਂ ਕੈਂਪਿੰਗ 'ਤੇ ਘੱਟ ਕਰਦੇ, ਉੱਪਰ ਜਾ ਕੇ ਕਰਦੇ ਕੈਂਪਿੰਗ। ਅਤੇ ਪਰ ਕਰਨ ਨੂੰ ਕੋਈ ਕਰ ਸਕਦਾ ਜੀ, ਕੋਈ ਗੱਲ ਨਹੀਂ। ਪਰ ਇਹ ਇੱਥੇ ਕੋਈ ਕਹਿੰਦੇ ਬਹੁਤ ਘੱਟ ਕੈਂਪਿੰਗ ਕਰਦੇ, ਠੰਡ ਜ਼ਿਆਦਾ ਹੁੰਦੀ ਹੈ। ਅਤੇ ਇੱਕ ਇੱਥੇ ਕਰਕੇ ਨਹੀਂ ਰਾਜੀ ਕੋਈ, ਉੱਪਰ ਹੀ ਜਾ ਕੇ ਕਰਦਾ ਜੇ ਕਰਦਾ ਹੋਵੇ ਤਾਂ। ਪਰ ਠੰਡ ਤਾਂ ਉੱਪਰ ਹੋਰ ਵਧੂ, ਕਿਉਂਕਿ ਉੱਥੇ ਠੰਡ ਬਰਫ਼ ਪੈਂਦੀ ਹੈ। ਇਸ ਤੋਂ ਠੰਡ ਜ਼ਿਆਦਾ ਹੋਊਗੀ ਉੱਪਰ, 0 ਪੁਆਇੰਟ ਜਿਹੜੀ ਗੱਲ ਕਰਦੇ ਆ ਇਹ। ਅਤੇ ਨਾਲ ਵਾਲੇ ਖਾਲ ਜਾਣਾ, ਕਿਉਂਕਿ ਬਾਰਿਸ਼ਾਂ ਵਾਲੀਆਂ ਹੁੰਦੀਆਂ ਅਤੇ ਪਾਣੀ ਸਾਰਾ ਖਾਲ ਰਾਹੀਂ ਥੱਲੇ ਚਲਾ ਜਾਂਦਾ ਨਦੀ 'ਚ। ਇਹ ਨਾਲ ਖਾਲ ਜਿਹਾ ਬਣਾਇਆ ਹੋਇਆ ਇਹਨਾਂ ਨੇ। ਹੁਣ ਬਸ ਐਂਡ ਪੁਆਇੰਟ ਥੋੜ੍ਹੀ ਦੂਰ ਹੀ ਰਹਿ ਗਿਆ ਇੱਥੋਂ। GPS ਬੋਲ ਪਿਆ ਇੱਕ ਵਾਰੀ, ਐਂਡ ਪੁਆਇੰਟ 'ਤੇ ਜਾ ਕੇ ਦੇਖਦੇ ਆਪਾਂ ਕੀ ਸੀਨ ਹੈ। ਅਤੇ ਪਰ ਬੜਾ ਹੀ ਸੋਹਣਾ ਵਿਊ ਆ ਬਾਈ, ਇਹ ਗੱਲ ਮੰਨਣੀ ਪਊਗੀ। ਜਿੰਨਾ ਕਹਿ ਰਹੀ ਓਨਾ ਹੀ ਸੋਹਣਾ। ਨਾਲ ਵਿੱਚ ਲਾਈਟ ਦੀਆਂ ਤਾਰਾਂ ਵੀ ਜਾ ਰਹੀਆਂ ਕਿਤੇ ਕਿਤੇ, ਵੀ ਯਾਨੀ ਪ੍ਰਬੰਧ ਪੂਰਾ ਹੈ, ਨਹੀਂ ਵੀ ਦਿੱਕਤ ਹੋਊਗੀ। ਐਂਡ 'ਤੇ ਇੱਕ ਲਾਈਟ ਤਾਰਾਂ ਗਈਆਂ ਮੇਰੇ ਖਿਆਲ 'ਚ, ਐਂਡ 'ਤੇ ਇੱਕ ਲਾਈਟ ਦਾ ਸਿਸਟਮ ਹੋਊਗਾ। ਬਾਕੀ ਇੱਥੇ ਵੀਰਾਂ ਨੂੰ ਪੁੱਛਿਆ ਸੀ, ਕਹਿੰਦੇ ਵੀ 6 ਵਜੇ ਕਈ 5 ਵਜੇ ਲਾਈਟ ਸਾਡੇ ਪੰਜਾਬ ਵੜਦੀ ਹੈ, ਫਿਰ ਆ ਜਾਂਦੀ ਹੈ, ਫਿਰ ਰਾਤ ਨੂੰ ਆ ਜਾਂਦੀ ਹੈ। ਇੱਦਾਂ ਦੇ ਹੈਗੇ ਆ ਵੀ ਥੋੜ੍ਹਾ ਲੰਗੇ ਡੰਗੇ 'ਚ ਚੱਲਦੀ ਲਾਈਟ 'ਤੇ। ਅਤੇ ਘਰ ਵੀ ਚੰਦ ਕੁ ਨੇ, ਕੋਈ ਜ਼ਿਆਦਾ ਹੋਣ ਤਾਂ ਆਪਾਂ ਕਹੀਏ। ਦੂਰ ਦੂਰ ਤੱਕ ਚਰਾਵੇ ਤੱਕ ਬਹੁਤ ਫਿਰਦੇ ਇੱਥੇ ਭੇਡਾਂ ਬੱਕਰੀਆਂ ਵਾਲੇ, ਉਹ ਇੱਥੇ ਤਿਆਰੀ ਹੋ ਰਹੀ ਹੈ। ਇਹਦੀ ਖਾਲ ਜਿਹੜਾ ਬਣਾ ਰਿਹਾ, ਕੰਸਟਰਕਸ਼ਨ ਚੱਲੀ ਜਾਂਦੀ ਹੈ। ਦੇਖੋ ਤੁਹਾਨੂੰ ਬਸ ਉਹ ਸਾਹਮਣੇ ਦਿਸਣ ਲੱਗ ਗਿਆ ਝਾਕਾ ਜਿਹਾ, ਉਹ ਐਂਡ ਪੁਆਇੰਟ ਲੱਗਦਾ ਮੈਨੂੰ। ਆਹ ਵੀਰ ਭੇਡਾਂ ਵਾਲਾ ਦਾ ਲੱਗਦਾ ਜਗੜਾ, ਭੇਡ ਲਾ ਲੂ ਕੇ ਲੈ ਆਉਣੇ ਅੱਜ। ਅਤੇ ਇਸ ਸਾਈਡ 'ਤੇ ਕਿਤੇ ਕਿਤੇ ਨਾ ਸੂਰਜਮੁਖੀ ਵਾਲੇ ਜਿੱਦਾਂ ਸੂਰਜਮੁਖੀ ਫੁੱਲ ਜਾਂਦੇ ਆ, ਆਪਣੇ ਵੀ ਕਿਤੇ ਪਹਿਲਾਂ ਉੱਗਰੇ ਵੇਖੇ ਸੀ ਮੈਂ, ਉੱਦਾਂ ਦੇ ਫੁੱਲ ਜਿਹੇ ਕਿਤੇ ਕਿਤੇ ਉੱਗਰੇ ਆ। ਆ ਫਿਰ ਇੱਕ ਬਿਲਡਿੰਗ ਜੀ ਆ ਗਈ ਹੈ। ਇਹ 3-4 ਬਿਲਡਿੰਗਾਂ ਜਿਹੀਆਂ ਆ ਗਈਆਂ ਇੱਦਾਂ ਦੀਆਂ ਨਾ। ਇੱਕ ਤਾਂ ਢਾਬੇ ਵਿੱਚ ਤਾਂ ਢਾਬੇ ਵੀ ਸੀ, 2 ਬਣ ਪਤਾ, ਫਿਰ ਢਾਬੇ ਟਾਈਪ ਹੀ ਢਾਬਾ ਹੀ ਕਹਿ ਸਕਦੇ ਆਪਾਂ ਇਹਨੂੰ। ਅਤੇ ਸੋਹਣਾ ਘੈਂਟ ਦ੍ਰਿਸ਼ ਹੈ ਬਾਈ, ਜਿੰਨਾ ਕਹਿ ਦੀ ਉਨੇ ਵਧੀਆ। ਤੁਸੀਂ ਕਦੇ ਆਓ ਤਾਂ ਜ਼ਰੂਰ ਇੱਥੇ ਹੋ ਕੇ ਜਾਇਓ, ਤੁਸੀਂ ਵਾਕਈ ਕਹੋਗੇ ਵੀ ਘੈਂਟ ਚੀਜ਼ ਹੈ। ਕਿਤੇ ਕਿਤੇ ਗਾਵਾਂ ਜਿਵੇਂ ਹੈਗੀਆਂ ਇੱਥੇ, ਉੱਦਾਂ ਇੱਥੇ ਪੂਰੇ ਏਰੀਏ 'ਚ ਨਾ ਸਾਨੂੰ ਗਾਂ ਇੱਕ ਨਹੀਂ ਮਿਲੀ, ਅਤੇ ਇੱਥੇ ਸਾਨੂੰ ਚੰਦ ਗਾਵਾਂ ਮਿਲੀਆਂ। ਜਾਂ ਪਿੱਛੇ ਜਦੋਂ ਅਸੀਂ ਗਏ ਹੈਗੇ ਆ ਗੁਲਮਰਗ, ਉੱਥੇ ਵੀ ਗਾਵਾਂ ਜੀ ਫਿਰਦੀਆਂ ਸੀਗੀਆਂ। ਅਤੇ ਉੱਦਾਂ ਜਿੱਦਾਂ ਸ਼੍ਰੀਨਗਰ ਵਾਲੇ ਪਾਸੇ ਗਾਂ ਤੁਹਾਨੂੰ ਇੱਕ ਨਹੀਂ ਮਿਲਦੀ ਰੋਡ 'ਤੇ, ਇੱਥੇ ਸਾਨੂੰ ਥੋੜ੍ਹੀਆਂ ਜਿਹੀਆਂ ਮਿਲੀਆਂ ਗਾਵਾਂ। ਅਤੇ ਜਾਂ ਪਿੱਛੇ ਚਰਵਾਏ ਜਿਹੇ ਮਿਲੇ ਥੋੜ੍ਹੇ ਜਿਹੇ ਗਾਵਾਂ ਜਿਹੇ ਵਾਲੇ, ਕਿਉਂਕਿ ਇੱਥੇ ਬੀਫ ਵੀ ਚੱਲਦਾ ਨਾ, ਬੀਫ ਵਿਚਾਰੇ ਖਾਂਦੇ, ਇਹਨਾਂ ਦਾ ਸਿਸਟਮ ਹੋ ਗਿਆ ਹੈਗਾ ਆਪਦਾ। ਅਤੇ ਇੱਥੇ 4 ਗਾਵਾਂ ਤੋਂ ਪਿੱਛੇ ਵੀ ਮਿਲੀਆਂ ਵਿਚਾਰੀਆਂ, ਰੋਡ 'ਤੇ ਹੀ ਆ ਗਈਆਂ ਸੀ ਉਹ ਤਾਂ। ਆਹ ਦੇਖੋ ਹੁਣ ਤੁਸੀਂ, मैं खड़े दूध पत्तरी, इतने वीर की शॉप है, तो सारी इन्फॉर्मेशन तो लेने हैं। हाँ जी भैया बताना ये इस दूध पत्तरी के बारे में। सज्जाद अहमद, आई एम फ्रॉम कश्मीर। ओके जी सर, ये जो दूध पत्तरी है, मेरे जो आप शॉप देख रहे हैं, द ग्रैंड ग्रोसरी कैफे अंडर दूध पत्तरी अथॉरिटी का है सर। ओके अंडर दूध पत्तरी डेवलपमेंट अथॉरिटी। ओके ओके। तो सर इस जगह का नाम दूध पत्तरी है। मीनवाइल आप जब यहाँ से जाते हैं तो इस शॉप से पीछे जो भी एरिया है, इसको हम दूध पत्तरी कहते हैं, क्योंकि यहाँ पे एक बुजुर्ग रहा करता था जिसका नाम शेखुल आलम था। ओके तो सर यहाँ से लेकर आप यहाँ पे अपना कैमरा कर सकते हैं। ये जो यहाँ से लेकर ये सारा एरिया जो है, ये ट्रैकिंग एरिया के लिए ज़्यादा जाना जाता है। ठीक है सर, और यहाँ से आप ट्रैकिंग कर सकते हैं। ओके। 1.5 आवर टॉप में
जाने के लिए काफ़ी है। ठीक जब हम है। ऊपर पहुंचते हैं तो ऊपर पहुंचते ही बड़े बड़े मिडोज आएंगे आपको, लाइक सनसेट पीक आएगा, ओके वाइल्ड फ्लावर्स आएंगे। ठीक है। सर आपको ऊपर जाके ये ना वाटरफॉल मिलेगा, Okay. ग्लेशियर्स मिलेंगे, और ग्लेशियर्स पे प्रेजेंटली इस टाइम 75 to 80 फीट जो आज है। आज डेट है 14 सितंबर। बिल्कुल आज की डेट में वहाँ ग्लेशियर 75 to 80 फीट वहाँ पे अभी प्रेजेंटली मौजूद होगा। ओके, तो ठीक है वहाँ सर। और वही जो ग्लेशियर्स है वो मेल्ट होके धीरे धीरे नदियों में आता है। नदी में आता है। और एक नदी वहाँ पे बहती है जिसका नाम है दूध गंगा। दूध और ये गंगा। दूसरी है, इसका नाम है शाली गंगा। शाली गंगा। यहाँ लेफ्ट साइड में एक और पड़ता है, उसका नाम है नाले सुखनाग। और तीनों दरिया जो मिलाकर है वहीं से निकलती है। बिल्कुल ग्लेशियर्स से मेल्ट होके नदी का इख्तियार करते हैं। ओके, यस सर। तो और यहाँ से जाने के लिए क्या साधन, वहाँ ऊपर जाने के लिए घोड़े वगैरह हैं? सर आप अगर आप में कैपेबिलिटी है तो आप पैदल भी जा सकते हो? पैदल भी जा सकते हैं। अदरवाइज आप ये जो यहाँ पे पुण्य वाले हैं, घोड़े वाले, हाँ, यस, आप उनका भी सहारा ले सकते क्या क्या चार्ज क्या उनकी? हैं। चार्ज यहाँ पे मुख्तलिफ, मतलब जो पहला पॉइंट आएगा हाँ। वहाँ पे एक रेट है, और दूसरा पॉइंट अगर आप देखना फिर चाहते टोटल हम ऊपर आगे जाना चाहते हैं तो घोड़ा कितना लेगा? ग्लेशियर्स पर जाना चाहते हैं तो 2000 to 2500 ओके, ओके। पर कम से कम 2200 रुपये 2300 रुपये लेंगे? 2500 रुपये वहाँ पे लेंगे, ओके ओके, ठीक है ठीक है। और बाकी वातावरण पीसफुल है, कोई वो तो है नहीं ना, डेंजर वाला काम तो नहीं है? बिल्कुल पीसफुल एरिया है, कोई Okay. चिंता की कोई जरूरत नहीं है। कोई भी सलानी एकदम चाहे, सेफ है। कोई भी चाहे आ सकता है यहाँ, बिल्कुल सर। और नाइट हो डे हो कोई दिक्कत Yes, नहीं है? सर, कोई बात नहीं, यहाँ पे कोई चीज़ मतलब आपको कोई तंग नहीं करेगा। ठीक है भाई, थैंक यू। और भाई क्या देखने वाला, बस यही है और कुछ है नहीं? बस सर, बहुत ऊपर जाके। जब आप ऊपर पहुंचेंगे तो आपको खुद पता चलेगा हम कहाँ बहुत आए हैं। ठीक है। हाँ बिल्कुल, नियर अबाउट 3 days का ट्रैक। अभी तो जा नहीं सकते ना, क्योंकि ऊपर एक तो हाइट ज़्यादा है, डे वॉक का और आंधी भी आएगी अभी, हाँ। और ऊपर अभी आपको बस्ती नहीं मिलेगी, और शाम होगी ना 7 बजने वाले को। डेफिनेटली आपको वहाँ पे कैंपिंग करना पड़ेगा। हाँ। ठीक है। जब हम ऊपर जाते हैं तो ये बॉर्डर जो है पुंछ से मिलता है। अच्छा, Yes. पुंछ पुंछ राजौरी से मिलता है। ओके। और तो ये डिस्ट्रिक्ट कौन सी है, किस में पड़ती है? श्रीनगर में पड़ती है? ये डिस्ट्रिक्ट बड़गाम में है। बड़गाम में। बड़गाम कौन सा है, बड़गाम किस में पड़ता है? बड़गाम सर एक ये श्रीनगर में पड़ता है। श्रीनगर पड़ता Yes, श्रीनगर से यही कोई 17 to 19 किलोमीटर दूर है। है। ओके ठीक है ओके सर। ओके और तब जाके आप जब आप ऊपर पहुंचते हैं ओके तो ये जो ग्लेशियर्स हैं आप इसका भी मजा ले सकते हैं। Okay. और लाइक आप मतलब जो भी वहाँ चाहते हैं आपको बिल्कुल आप भूल जाएंगे। यानी कि आप कहाँ आए हैं। साल के 12 महीने ग्लेशियर जो है, बर्फ पड़ती रहती है, ग्लेशियर रहते हैं, बिल्कुल। कभी इस खत्म नहीं साल- होते। इस साल अगर 10 फीट पड़ेंगे, लेट्स सपोज 5 फीट तो उसमें मेल्ट होता है। हाँ, ये जो क्लाइमैक्स है, क्लाइमैक्स की वजह से वो 5 फुट जो है वो फ्रीज होता है, और अगले साल और 10 फीट पड़ेंगे, उसमें से 5 फीट मेल्ट होता है। Okay. और नेक्स्ट ईयर और 5 फीट उसमें ये जो है ऐड होंगे, तो धीरे धीरे करके 75 to 80 फीट वहाँ पे जमा है। जमा हुआ है। Yes. हर साल अभी स्नो पड़ रही है वहाँ? हर साल, एवरी ईयर। नहीं, अभी जैसे आप जो सितंबर चल रहा है महीना, 14 सितंबर होगी, आप क्या वहाँ हम जाएंगे स्नो पड़ मिलेगी, हमें मिल सकती है? हाँ, सुनो मिलेगी आप। मिलेगी, स्नो होती है? यस सर। और दूसरी बात मैं ये पूछना चाहता हूँ कि ये लैटीट्यूड कितना है? ये 12,000 नियर अबाउट 12,000 to 13,000 फीट एल्टीट्यूड है। ओके ओके, ठीक है, थैंक यू भाई, थैंक यू सो मच। जी ਆਪਾਂ ਥੱਲੇ ਨਦੀ ਵੱਲ ਨੂੰ ਜਾ ਰਹੇ ਹਾਂ। ਆ ਟਰੈਕਿੰਗ ਸਪੋਰਟਸ ਵਾਲਿਆਂ ਦਾ ਲਾਇਆ ਹੋਇਆ ਲਿਖ ਕੇ ਇੱਥੇ, ਜੋ ਭਾਜੀ ਦੱਸ ਰਹੇ ਸੀ ਨਾ, ਉਹਨੇ ਆਪਾਂ ਨੂੰ ਵੀ ਇੱਥੇ ਟਰੈਕਿੰਗ ਵਗੈਰਾ ਹੁੰਦੀ ਹੈ, ਸਾਰਾ ਉਹਨਾਂ ਨੇ ਲਿਖ ਕੇ ਲਾਇਆ ਹੈ। ਤੇ ਉਹ ਗੰਗਾ ਆ ਗਈ ਜਿਹਦੀ ਉਹ ਭਾਜੀ ਗੱਲ ਕਰ ਰਹੇ ਸੀ, ਆਪਾਂ ਉਹਦੇ ਕੋਲੇ ਜਾ ਕੇ ਤੁਹਾਨੂੰ ਦਿਖਾਉਣੇ ਆ। ਇਹ ਰਸਤਾ ਡੰਡੀ ਦਾ ਹੀ ਜਾਣਾ ਪੈਣਾ, ਅੱਗੇ ਪੌੜੀਆਂ ਹੀ ਬਣੀਆਂ, ਦੇਖਦੇ ਚੱਲ ਕੇ ਆਪਾਂ। ਇਹ ਬੈਠਣ ਦੀ ਥੋੜੀ ਜਗ੍ਹਾ ਬਣੀ ਹੋਈ ਆ। ਹੁਣ ਹੋ ਗਈ ਸ਼ਾਮ, 7 ਵੱਜ ਚੁੱਕੇ, ਸ਼ਾਮ ਦੇ ਥੋੜਾ ਜਿਹਾ ਅੰਧੇਰਾ ਜਿਹਾ ਹੈਗਾ ਇੱਥੇ। ਇਹਨੂੰ ਕਹਿੰਦੇ ਆ ਸ਼ੈਲੀ ਗੰਗਾ ਰਿਵਰ। ਠੀਕ ਹੈ ਜੀ, 3 ਨਦੀਆਂ ਕਹਿ ਰਹੇ ਆ ਭਾਜੀ ਨਿਕਲਦੀਆਂ ਉੱਥੋਂ, ਤੇ ਉਹ 2 ਨਦੀਆਂ ਹੋਰ ਨੇ, ਇੱਕ ਇਹ ਤੀਜੀ ਨਦੀ ਇਹ ਹੈ। ਤੇ ਬੈਟਰੀਆਂ ਵੀ ਡਾਊਨ ਆ, ਚਾਰਜਿੰਗ ਹੋਈ ਨਹੀਂ, ਪਰ ਕੋਸ਼ਿਸ਼ ਕਰੂੰਗਾ ਵੀ ਤੁਹਾਨੂੰ ਥੋੜਾ ਦਿਖਾ ਰਿਹਾ ਮੈਂ। ਲਓ ਜੀ, ਇਹ ਨਿਕਲ ਰਹੀ ਗੰਗਾ ਜਿਹੜੀ ਉੱਪਰੋਂ ਆ ਰਹੀ ਹੈ, ਗਲੇਸ਼ੀਅਰ ਤੋਂ ਪਿਘਲ ਕੇ ਆ ਰਹੀ ਹੈ। ਇਹ ਗੰਗਾ ਹੈ, ਇਹ ਗੰਗਾ ਦਾ ਸੀਨ ਹੈ। ਠੀਕ ਹੈ ਜੀ, ਇਹ ਉੱਪਰੋਂ ਹਾਈਟ ਤੋਂ ਆ ਰਹੀ, ਉੱਪਰ ਦਿਖ ਰਿਹਾ ਨਾ ਤੁਹਾਨੂੰ, ਉੱਪਰ ਹਾਈਟ ਤੋਂ ਉੱਥੋਂ ਆ ਰਹੀ ਹੈ। ਬਹੁਤ ਸੋਹਣਾ ਝਾਕਾ ਵਾਕਾ ਹੈ। ਮੈਂ ਸਮਝਦਾ ਵੀ ਇਹ ਗੁਲਮਾਰਗ ਤੋਂ ਹੀ ਸੋਹਣਾ ਹੈ, ਪਰ ਥੋੜ੍ਹਾ ਜਿਹਾ ਆਪਣੀ ਖੂਬਸੂਰਤੀ ਹੈ, ਪਰ ਇਹਦਾ ਜਿਹੜਾ ਚੀਜ਼ ਹੈ ਨਾ ਮੈਨੂੰ ਡਿਫਰੈਂਟ ਲੱਗੀ, ਬਹੁਤ ਪਿਆਰਾ। ਉਹ ਵਿਚਾਲੇ ਜਾ ਕੇ ਬਹਿਣੇ ਆ, ਇੱਥੇ ਖੜ੍ਹ ਕੇ। ਆਹ ਲਓ ਜੀ, ਆਹ ਪਾਣੀ ਹੈ, ਖੜਕਾ ਬੜਾ ਜ਼ੋਰ ਨਾਲ ਹੋ ਰਿਹਾ, ਪੂਰਾ ਜ਼ਬਰਦਸਤ ਖੜਕਾ ਇੱਥੇ। ਠੀਕ ਹੈ ਜੀ, ਜਿਹੜਾ ਟਰੈਕਿੰਗ ਪੁਆਇੰਟ ਹੈ ਉਹ ਇਸ ਸਾਈਡ ਤੋਂ ਅੱਗੋਂ ਜਾ ਕੇ ਤੁਹਾਨੂੰ ਗੇਟ ਦਿਖਾਊਂਗਾ ਮੈਂ ਥੋੜ੍ਹਾ ਜਿਹਾ।
ਉਹ ਵੇ ਨਿਕਲ ਉੱਪਰ ਜਾਣ ਲਈ। ਮੈਂ ਘੁੰਮ ਘੁਮਾ ਕੇ ਪੂਰੀ ਹਾਈਟ 'ਤੇ ਉੱਪਰ ਗਲੇਸ਼ੀਅਰ ਹੈ। ਤੇ ਸਤੰਬਰ ਦਾ ਮਹੀਨਾ ਪੂਰੀ ਠੰਡ ਹੈ, ਇਸ ਮੈਨੂੰ ਪੂਰਾ ਠੰਡ ਲੱਗ ਰਹੀ ਹੈ, ਪੂਰਾ ਜ਼ਬਰਦਸਤ ਠੰਡ ਹੈ। ਅੱਗੇ ਪਾਣੀ ਜਾ ਰਿਹਾ ਤੇ ਤਿੰਨ ਨਦੀਆਂ ਉੱਪਰੋਂ ਨਿਕਲਦੀਆਂ। ਇੱਕ ਗੰਗਾ ਇਹਨੂੰ ਕਾਲਿਸ਼ ਗੰਗਾ, ਕੀ ਨਾਲ ਗੰਗਾ ਕਹਿੰਦੇ ਨੇ ਇਹਨੂੰ, ਯਾਨੀ ਕਿ ਅਗਰ ਮੈਂ ਭੁੱਲ ਗਿਆ ਕਿ ਕਾਲਿਸ਼ ਗੰਗਾ ਸ਼ਾਇਦ, ਤੇ 2 ਨਦੀਆਂ ਹੋਰ 'ਚੋਂ ਨਿਕਲਦੀਆਂ। ਤੇ ਨੈਕਸਟ ਵਾਰ ਕੋਸ਼ਿਸ਼ ਕਰਾਂਗੇ ਜਦੋਂ ਆਏ ਤਾਂ ਉੱਪਰ ਟਰੈਕਿੰਗ ਕਰਕੇ ਨਾ ਸਾਰਾ ਕਰਕੇ ਜਾਵਾਂਗੇ ਆਪਾਂ।